ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰੋ ਜੀ, ਸ਼ਹੀਦ ਸਿੰਘ ਦੀ ਯਾਦ ਜੁੜੇ ਆ ਤੇ ਇਹੋ ਜਿਹੇ ਮੌਕੇ ਉੱਤੇ ਜੇ ਏਦਾਂ ਸੰਗਤ ਸ਼ਾਂਤ ਜੇ ਬੈਠੀ ਹੋਵੇ, ਇਹ ਸ਼ਹੀਦੀਆਂ ਇਸ ਕਰਕੇ ਹੋਈਆਂ ਵੀ ਆਪਣੇ ਚਿਹਰੇ ਉੱਤੇ ਨੂਰ ਆਵੇ, ਆਪਾਂ ਖੁਸ਼ ਹੋਈਏ, ਆਪਣੀ ਚੜ੍ਹਦੀ ਕਲਾ ਹੋਵੇ ਤੇ ਚੜ੍ਹਦੀ ਕਲਾ ਦਾ ਅਹਿਸਾਸ ਆ ਜਿਹੜਾ ਉਹ ਹੋਣਾ ਚਾਹੀਦਾ। ਆਪਾਂ ਇੱਕ ਸ਼ਹੀਦ ਸਿੰਘ ਦੀ ਯਾਦ ਵਿੱਚ ਜੁੜੇ ਆ, ਸੋ ਸਾਰੇ ਜਾਣੇ ਗੱਜ ਵੱਜ ਕੇ ਫਤਿਹ ਦੇ ਵਿੱਚ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ। ਨਹੀਂ ਅਜੇ ਵੀ ਨਹੀਂ ਦੇਖਣੇ ਚਾਹੀਦੇ ਹੋ, ਪਤਾ ਲੱਗਣਾ ਚਾਹੀਦਾ ਕਿਸੇ ਸ਼ਹੀਦ ਦੇ ਯਾਦ 'ਚ ਜੁੜੇ ਆ। ਬਹੁਤ ਚੰਗੇ ਭਾਗ ਨੇ ਜਿਹੜੇ ਆਪਾਂ ਇੱਥੇ ਅੱਜ ਜੁੜੇ ਆ। ਬੜੇ ਤਰ੍ਹਾਂ ਦੇ ਸਮਾਗਮਾਂ 'ਚ ਜਾਂਦੇ ਆ, ਪਰ ਇਹੋ ਜਿਹੇ ਸਮਾਗਮ ਤੇ ਆਉਣ ਦਾ ਵੱਖਰਾ ਹੀ ਆਨੰਦ ਹੁੰਦਾ। ਸੋ ਆਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬੜਾ ਕੁਝ ਪਿਛਲੇ ਸਮੇਂ ਦੇ ਵਿੱਚ ਸਾਰਿਆਂ ਨੇ ਆਪਾਂ ਦੇਖਿਆ, ਸੁਣਿਆ, ਹੰਢਾਇਆ ਹੋਇਆ। ਮਾਝੇ ਦੀ ਆ ਜਿਹੜੀ ਧਰਤੀ ਆ, ਇੱਥੇ ਤਾਂ ਸਾਡੀਆਂ ਜਿਹੜੀਆਂ ਪਿਛਲੀਆਂ ਸਦੀਆਂ ਦਾ ਇਤਿਹਾਸ ਆ ਨਾ, ਇੱਥੇ ਹੀ ਸਿਕੰਦਰ ਪੋਰਸ ਦੀ ਜੰਗ ਹੋਈ। ਇਹੀ ਉਹ ਧਰਤੀ ਆ ਜਿੱਥੇ ਜੇ ਵੇਦਾਂ ਪੁਰਾਣਾ ਵੇਲੇ ਦੀਆਂ ਗੱਲਾਂ ਛੇੜ ਕੇ ਬਹਿ ਜਾਈਏ, ਉਦੋਂ ਤੋਂ ਇੱਥੇ ਖੰਡਾ ਖੜਕਦਾ ਹੀ ਆਇਆ, ਲੋਹੇ ਨਾਲ ਲੋਹਾ ਖੜਕਦਾ ਹੀ ਆਇਆ। ਇਸ ਧਰਤੀ ਦੇ ਉੱਤੇ ਕਈ ਸਿਕੰਦਰ ਸੁੱਤੇ, ਕਈ ਚੜ ਕੇ ਆਏ ਤੇ ਹਰੇਕ ਜਿਹੜਾ ਚੜ ਕੇ ਆਇਆ ਉਹਨੂੰ ਇਸ ਧਰਤੀ ਦੇ ਆਪਣੇ ਵੱਡੇ ਵਡੇਰਿਆਂ ਨੇ ਜਿਹੋ ਜਿਹਾ ਕੋਈ ਹੋ ਕੇ ਆਇਆ ਸੀ ਉਹੋ ਜਿਹਾ ਕਰਕੇ ਐਨ ਟੱਲੀਆਂ ਨੂੰ ਟਣਕਾ ਕੇ ਜਵਾਬ ਦਿੱਤਾ। ਹੁਣ ਆਪਣਾ ਵੇਲਾ ਵਾ। ਜੇ ਤਾਂ ਆਪਾਂ ਉਹਨਾਂ ਸ਼ਹੀਦਾਂ ਦੇ, ਉਹਨਾਂ ਯੋਧਿਆਂ ਦੇ, ਉਹਨਾਂ ਸੂਰਬੀਰਾਂ ਦੇ, ਉਹਨਾਂ ਦਾਨੀ ਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਨਾਵਾਂ ਲੈਂਦੇ ਰਵਾਂਗੇ ਤੇ ਆਪਾਂ ਆਪਦੀਆਂ ਅਗਲੀਆਂ ਨਸਲਾਂ ਨੂੰ, ਅਗਲੀਆਂ ਪੁਸ਼ਤਾਂ ਨੂੰ ਦੱਸਦੇ ਰਵਾਂਗੇ ਵੀ ਸਾਡੇ ਪੁਰਖੇ ਕੀ ਸੀ ਤੇ ਕਿਵੇਂ ਉਹਨਾਂ ਨੇ ਇਸ ਧਰਤੀ ਦੇ ਉੱਤੇ ਮਨੁੱਖਤਾ ਦਾ ਇਤਿਹਾਸ ਸਿਰਜਿਆ, ਫੇਰ ਤਾਂ ਆਪਾਂ ਜ਼ਿੰਮੇਵਾਰ ਵਾਰਸ ਹਾਂ ਉਹਨਾਂ ਦੇ। ਜੇ ਆਪਾਂ ਸਾਰਾ ਕੁਝ ਭੁੱਲ ਭੁਲਾ ਗਏ, ਫੇਰ ਆਪਾਂ ਨਲਾਇਕ ਬੰਦੇ ਸਿੱਧ ਹੋਵਾਂਗੇ। ਧਰਤੀ ਉੱਤੇ ਇੱਕ ਜੰਗ ਲੜੀ ਜਾਂਦੀ ਆ ਤਲਵਾਰਾਂ ਨਾਲ, ਹਥਿਆਰਾਂ ਨਾਲ। ਇੱਕ ਜੰਗ ਲੜੀ ਜਾਂਦੀ ਆ ਵਿਚਾਰਾਂ ਨਾਲ, ਜਿਹਨੂੰ ਅੱਜ ਦੀ ਦੁਨੀਆ ਦੇ ਵਿੱਚ ਮਨੋਵਿਗਿਆਨਕ ਜੰਗ ਕਹਿੰਦੇ ਆ। ਮਨੋਵਿਗਿਆਨਕ ਜੰਗ ਕੀ ਹੁੰਦੀ ਆ? ਤੁਹਾਨੂੰ ਭੁਲਾ ਦੇਣਾ ਕਿ ਤੁਸੀਂ ਕੀ ਹੋ, ਤੁਹਾਡੇ ਪੁਰਖੇ ਕੀ ਸੀ, ਤੁਹਾਡਾ ਇਤਿਹਾਸ ਕੀ ਸੀ, ਤੁਸੀਂ ਕੀ ਹੋ, ਇਹ ਸਾਰਾ ਕੁਝ ਭੁਲਾ ਕੇ ਤੁਹਾਨੂੰ ਉਹ ਦੱਸਣਾ ਜੋ ਉਹਨੂੰ ਫਿੱਟ ਬੈਠਦਾ। ਅੱਜ ਆਪਣੇ ਨਾਲ ਇਹੀ ਕੁਝ ਹੋ ਰਿਹਾ। ਆਪਾਂ ਸਾਰੇ ਹੀ ਟੱਬਰਾਂ ਟੀਰਾਂ ਵਾਲੇ ਆ, ਕਿਉਂਕਿ ਗ੍ਰਸਤੀ ਧਰਮ ਆਪਣਾ ਸਿੱਖ ਧਰਮ, ਤੇ ਗ੍ਰਸਤੀ ਧਰਮ ਦੇ ਵਿੱਚ ਜਿਹੜੇ ਆਪਣੇ ਬੱਚੇ ਆ, ਨਿਆਣੇ ਆ, ਉਹ ਆਪਾਂ ਪੜ੍ਹਨ ਲਾਉਂਦੇ ਆ ਸਕੂਲਾਂ ਦੇ ਵਿੱਚ। ਤੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਕੇ ਆਪਣੇ ਨਿਆਣਿਆਂ ਨੇ ਜਿੱਥੇ ਜਿਹੜੀ ਵਿਦਿਅਕ ਦੂਜੀ ਪੜ੍ਹਾਈ ਆ BA MA ਵਾਲੀ ਉਹ ਪੜ੍ਹਨੀ ਆ, ਨਾਲ ਉਹਨਾਂ ਨੂੰ ਅੱਖਰ ਵਿੱਦਿਆ ਆਉਣੀ ਆ, ਜਿਹਦੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ, ਸਿੱਖ ਇਤਿਹਾਸ ਬਾਰੇ ਤੇ ਹੋਰ ਜਿਹੜੇ ਸਾਡੇ ਗ੍ਰੰਥ ਨੇ ਉਹਨਾਂ ਬਾਰੇ ਉਹਨਾਂ ਨੇ ਜਾਣਨਾ, ਪੜ੍ਹਨਾ ਵਾ। ਤੇ ਨਾਲ ਦੀ ਨਾਲ ਉਹਨਾਂ ਦਾ ਦਿਮਾਗ ਖੁੱਲ੍ਹਣਾ, ਉਹਨਾਂ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਕੋਈ ਕਾਰੋਬਾਰ ਫਿਰ ਰੁਝਾਉ ਰੰਭਣੇ ਆ। ਪਰ ਜਿਹੜੀ ਵਿੱਦਿਆ ਇਸ ਵੇਲੇ ਸਾਡੇ ਸਕੂਲਾਂ ਕਾਲਜਾਂ 'ਚ ਪੜ੍ਹਾਈ ਜਾਂਦੀ ਆ, ਉਹ ਸਾਡੇ ਨਿਆਣਿਆਂ ਨੂੰ ਕੀ ਬਣਾ ਰਹੀ ਆ, ਇਹ ਦੱਸਣਾ ਬੜਾ ਜ਼ਰੂਰੀ ਆ। ਕਿਉਂ ਦੱਸਣਾ ਜ਼ਰੂਰੀ ਆ? ਕਿਉਂਕਿ ਅੱਜ ਆਪਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਤੇ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਸਾਨੂੰ ਉਹ ਗੱਲ ਭੁੱਲ ਗਈ ਜਿਹੜੀ ਸਾਨੂੰ ਸਭ ਤੋਂ ਵੱਧ ਪਤਾ ਹੋਣੀ ਚਾਹੀਦੀ। ਜਦੋਂ ਸਾਡੀਆਂ ਪਿਛਲੀਆਂ ਪੀੜ੍ਹੀਆਂ 'ਚ ਜਿਹੜੇ ਆਪਣੇ ਦਾਦੇ ਪੜਦਾਦੇ ਸੀ ਸਾਰਿਆਂ ਦੇ ਹੀ, ਉਦੋਂ ਇਸ ਤਰ੍ਹਾਂ ਦੀ ਪੜ੍ਹਾਈ ਨਹੀਂ ਸੀਗਾ, ਕੋਈ 10ਵੀਂ ਪਾਸ ਬਿਰਲਾ ਹੀ ਲੱਭਦਾ ਸੀਗਾ। ਉਦੋਂ ਸਿੱਖੀ ਜਿਹੜੀ ਸੀ ਜਾਂ ਸਿੱਖ ਸੀ ਉਹ ਬੜੇ ਆਪਦੇ ਧਰਮ 'ਚ ਪਰਪੱਕ ਸੀ। ਅੱਜ ਆਪਣਾ ਹਾਲ ਆਪਾਂ ਨੂੰ ਪਤਾ ਹੀ ਆ। ਸਾਤੋਂ ਜਿਹੜੀ ਪਿਛਲੀ ਪੀੜ੍ਹੀ ਸੀ ਉਹ ਤਾਂ ਬਾਹਲੀ ਕਾਮਰੇਡ ਹੀ ਬਣ ਗਈ ਸੀਗੀ। ਮੇਰੀ ਉਮਰ 50 ਕੁ ਸਾਲ ਆ। ਜਿਨ੍ਹਾਂ ਸਾਲਾਂ 'ਚ ਅਸੀਂ ਹੋਸ਼ ਜੀ ਸੰਭਾਲ ਰਹੇ ਸੀ, ਸਾਡੇ ਉਦੋਂ ਸਕੂਲਾਂ ਕਾਲਜਾਂ ਦੇ ਵਿੱਚ ਲਾਲ ਪੱਗਾਂ ਤੇ ਦਾੜੀ ਮੁੰਨੀ ਹੋਈ ਇਹ ਰਿਵਾਜ ਸੀ। ਉਦੋਂ ਕੀ ਫੈਡਰੇਸ਼ਨ ਦਾ ਬੋਲਬਾਲਾ ਹੋਇਆ। ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਣਾ ਦੀ ਕਮਾਂਡ ਹੇਠ ਫੈਡਰੇਸ਼ਨ ਕਾਲਜਾਂ ਦੇ ਵਿੱਚ ਜਦੋਂ ਨਵੇਂ ਸਿਰਿਓਂ ਲਾਮਬੰਦ ਹੋਣ ਲੱਗੀ, ਉਦੋਂ ਆਪਣੇ ਮੁੰਡਿਆਂ ਨੂੰ ਪਤਾ ਲੱਗਿਆ, ਸਿੱਖਾਂ ਦਿਆਂ ਨੂੰ, ਵੀ ਅਸੀਂ ਤਾਂ ਸਿੱਖ ਮਾਂ ਸੀ, ਆਹ ਕੀ ਬਣੇ ਫਿਰਦੇ ਆ ਨਾਸਤਕ ਤੇ ਕਾਮਰੇਡ। ਸੋ ਜਿਹੜੀ ਅੱਜ ਦੀ ਪੀੜ੍ਹੀ ਆ ਉਹਨੂੰ
ਇਹ ਪਤਾ ਨਾ ਲੱਗ ਜਾਵੇ ਦੁਸ਼ਮਣ ਕਹਿੰਦਾ ਕਿ ਆਹ ਜਿਹੜੀਆਂ ਪਿਛਲੇ ਦੌਰ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ ਇਹ ਕਿਸ ਕਾਰਜ ਲਈ ਹੋਈਆਂ ਨੇ। ਆਪਾਂ ਅੱਜ ਸ਼ਹੀਦ ਭਾਈ ਮੇਜਰ ਸਿੰਘ ਸਾਂਘਣਾ ਦੀ ਯਾਦ ਵਿੱਚ ਜੁੜੇ ਆ ਤੇ ਇਸ ਇਲਾਕੇ ਦੇ ਵਿੱਚ ਬੇਅੰਤ ਹੋਰ ਸ਼ਹਾਦਤਾਂ ਹੋਈਆਂ ਨੇ। ਕੱਲ ਨੂੰ ਭਾਈ ਸੁਖਦੇਵ ਸਿੰਘ ਚੱਬਾ ਉਹਨਾਂ ਦੀ ਯਾਦ ਵਿੱਚ ਸਮਾਗਮ ਆ, ਬਾਬੇ ਮਾਨੋ ਚਾਹਲ ਦੀ ਯਾਦ ਵਿੱਚ ਸਮਾਗਮ ਆ, ਅੱਜ ਇੱਥੇ ਸਮਾਗਮ ਆ। ਇੱਥੇ ਕਈ ਇਹੋ ਜਿਹੇ ਪਿੰਡ ਨੇ ਜਿੱਥੇ 40-40 50-50 ਜਿਹੜੇ ਇੱਕ ਨਗਰ ਦੇ ਸ਼ਹੀਦ ਨੇ। ਅਸੀਂ ਉਹ ਡਾਟਾ ਇਕੱਠਾ ਕਰਦੇ ਫਿਰਨ ਵਾਲੇ ਬੰਦੇ ਆ, ਅਸੀਂ ਕੋਈ ਪੇਸ਼ੇਵਰ ਪ੍ਰਚਾਰਕ ਨਹੀਂ ਹੈਗੇ। ਅਸੀਂ ਤਾਂ ਮੈਂ ਤਾਂ ਉਸ ਲਹਿਰ ਚੋਂ ਬਚ ਗਿਆ ਤੇ ਉਹ ਸਾਰੇ ਤੁਰ ਗਏ ਜਾਂ ਕੁਝ ਜਿਹੜੇ ਬਚ ਗਏ ਉਹਨਾਂ ਦਾ ਜਿਵੇਂ ਦਿਮਾਗ ਚ ਆਉਂਦਾ ਵੀ ਯਾਰ ਆਪਾਂ ਉਹਨਾਂ ਬਾਰੇ ਦੱਸੀਏ ਤਾਂ ਸਹੀ। ਆ ਜਦੋਂ 2007 ਚ ਮੇਰੇ ਤੇ ਆਖਰੀ ਕੇਸ ਬਣਿਆ ਸ਼ਿੰਗਾਰ ਸਿਨੇਮਾ ਬੰਬ ਕਾਂਡ, ਉਹ ਉਹੀ ਪਾਤਾ ਵੀ ਇਹ ਹੁਣ ਵਿਹਲਾ ਜਾ ਬੈਠਾ ਪੰਗੇ ਚ ਲੈਂਦਾ, ਇਹਨੂੰ ਜੇਲ੍ਹ ਭੇਜੋ। 3.5 ਸਾਲ ਫੇਰ ਨਾਭੇ ਲੱਗੇ ਤੇ 2010 ਚ ਉਹਦੇ ਚੋਂ ਬਰੀ ਹੋ ਕੇ ਜਦੋਂ ਆਏ ਉਦੋਂ ਕਾ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਆਈ ਹੋਈ ਸੀ, ਉਹਦੇ ਉੱਤੇ ਲਿਖਣਾ ਬੋਲਣਾ ਸ਼ੁਰੂ ਕੀਤਾ ਤਾਂ ਆਲੇ ਦੁਆਲੇ ਚੋਂ ਬਹੁਤ ਉਹ ਜਿਹੇ ਜਿਹੜੇ ਬਾਹਰਲੇ ਮੁਲਕਾਂ 'ਚ ਕਈ ਵਿਚਾਰੇ ਪਿਛਲੇ ਦੌਰ 'ਚ ਚਲੇ ਗਏ ਜਾਂ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਜਿਹੜੇ ਨਾਲ ਵਿਚਰੇ ਹੋਏ ਸੀਗੇ ਵੀ ਸਾਡੇ ਕੋਲੇ ਠਾਹਰ ਹੁੰਦੀ ਸੀ ਯਾਰ ਫਲਾਨਾ ਸਾਡੇ ਕੋਲ ਆਉਂਦਾ ਹੁੰਦਾ ਸੀ, ਉਹਨਾਂ ਨੇ ਫਿਰ ਕਿਹਾ ਇਹ ਸਾਰਾ ਕੁਝ ਲਿਖੋ। ਤੇ ਪਿਛਲੇ ਸਮੇਂ ਦੇ ਵਿੱਚ 5-6 ਕਿਤਾਬਾਂ ਸੰਘਰਸ਼ ਬਾਰੇ ਲਿਖੀਆਂ। ਉਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਸਾਡੇ ਦਲ ਖਾਲਸਾ ਦੇ ਪੁਰਾਣੇ ਬਜ਼ੁਰਗ ਸਾਥੀ, ਉਹਨਾਂ ਨਾਲ ਕਿਤੇ ਗੱਲ ਚੱਲੀ। ਉਹ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ 1981 ਚ ਜਿਹੜੀ ਮੇਰੇ ਢਾਡੀ ਵੀਰਾਂ ਨੇ ਗੱਲ ਸੁਣਾਈ ਆਪਾਂ ਨੂੰ, ਜਦੋਂ ਲਾਲੇ ਜਗਤ ਨਾਰਾਇਣ ਦਾ ਸੋਧਾ ਲੱਗਿਆ, ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਅਰੈਸਟ ਕੀਤਾ, ਉਦੋਂ ਜਿਹੜਾ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਕੇ ਗਏ ਸੀ ਗਜਿੰਦਰ ਸਿੰਘ ਹੋਣੀ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਹੋਣੀ ਦਲ ਖਾਲਸਾ ਵਾਲੇ, ਉਹ ਆ ਭਾਈ ਸਤਨਾਮ ਸਿੰਘ। ਉਹ ਮੈਨੂੰ ਕਹਿੰਦੇ ਵੀ ਤੁਸੀਂ ਆ ਜਿਹੜੇ ਨਵੇਂ ਹੈਗੇ ਹੋ ਬੰਦੇ ਉੱਠੇ ਆ ਮੁੰਡੇ, ਬੜੀਆਂ ਤੁਸੀਂ ਗੱਲਾਂ ਕਰਦੇ ਹੋ, ਕਹਿੰਦੇ ਹੋ ਵੀ ਮੁੱਠੀ ਭਰ ਸਿੰਘਾਂ ਨੇ ਦਰਬਾਰ ਸਾਹਿਬ ਦੇ ਵਿੱਚ ਐ ਕਰਤਾ ਉਹ ਕਰਤਾ। ਕਿੰਨੇ ਸੀਗੇ ਮੁੱਠੀ ਭਰ? ਉਹ 15 ਸੀ ਕਿ 50 ਸੀ? ਬਾਬਾ ਬੰਦਾ ਸਿੰਘ ਬਹਾਦਰ ਨਾਲ 740 ਸਿੰਘ ਫੜੇ ਗਏ ਸੀ। ਤੁਹਾਨੂੰ 40 ਦੇ ਨਾਂ ਨਹੀਂ ਪਤਾ ਕੌਮ ਨੂੰ ਵੀ ਉਹ ਕਿੰਨਾ ਦਾ ਸੀ, ਕਿੱਥੋਂ ਦਾ ਸੀ। ਆਹ ਹੁਣ ਵਾਲਿਆਂ ਦਾ ਡਾਟਾ ਦਾ ਇਕੱਠਾ ਕਰ ਲਓ। ਉਹ ਮੈਨੂੰ ਗੱਲ ਬੜੀ ਚੁਭੀ ਵੀ ਹੁਣ ਇੰਨੇ ਸਾਧਨ ਨੇ, ਮੋਬਾਈਲ ਕੋਲੇ ਆ, ਗੱਡੀਆਂ ਮੋਟਰਾਂ। ਪੁਰਾਣੇ ਜਿਹੜੇ ਬਜ਼ੁਰਗ ਸੀਗੇ ਕਰਮ ਸਿੰਘ ਹਿਸਟੋਰੀਅਨ ਵਰਗੇ, ਉਹਨਾਂ ਨੇ ਇੰਨਾ ਇਕੱਠਾ ਕਰਤਾ ਮੈਟਰ ਆਪਾਂ ਨਹੀਂ ਕਰ ਸਕਦੇ। ਤੋਂ ਪਹਿਲਾਂ ਜਦੋਂ ਘਰਾਂ 'ਚ ਜਾਣਾ ਵੀ ਭਾਈ ਤੁਹਾਡਾ ਜਿਹੜਾ ਮੁੰਡਾ ਸੀ ਮਾਤਾ ਜੀ ਉਹ ਦਰਬਾਰ ਸਾਹਿਬ ਸ਼ਹੀਦ ਹੋ ਗਿਆ ਸੀ ਆ ਸਿੰਘ, ਤੇ ਘਰਦਿਆਂ ਨੇ ਕਹਿਣਾ ਖਨੀ CID ਵਾਲੇ ਹੀ ਆ ਗਏ। ਪਹਿਲੋਂ ਬਾਹਲਾ ਸਾਥ ਸਹਿਯੋਗ ਦਿੱਤਾ ਨਹੀਂ, ਪਰ ਅਸੀਂ ਲੱਗੇ ਰਹੇ ਤੇ 2005-6 ਤੋਂ ਲੈ ਕੇ ਜਦੋਂ ਕੰਮ ਕੀਤਾ 2006 ਦੇ ਵਿੱਚ ਭਾਈ ਗੁਰਦਾਸ ਅੰਮ੍ਰਿਤਸਰ ਦੇ ਵਿੱਚ ਅਸੀਂ ਸ਼ਹੀਦਾਂ ਦੀ ਡਾਇਰੈਕਟਰੀ ਰਿਲੀਜ਼ ਕੀਤੀ। ਉਹਦੇ ਵਿੱਚ ਅਸੀਂ ਸਿਰਫ 167 ਸਿੰਘਾਂ ਦਾ ਵੇਰਵਾ ਸੀਗਾ ਉਹਦੇ ਵਿੱਚ। ਫਿਰ ਜਦੋਂ ਲੋਕਾਂ ਨੇ ਅਜੀਤ ਅਖਬਾਰ 'ਚ ਜਾਂ ਹੋਰਨਾਂ ਅਖਬਾਰਾਂ 'ਚ ਪੜ੍ਹਿਆ ਵੀ ਇਹ ਵਾਕਿਆ ਹੀ ਸ਼ਹੀਦਾਂ ਦੇ ਵੇਰਵਾ ਇਕੱਠਾ ਕਰਦੇ ਨੇ, ਫਿਰ ਸਾਨੂੰ ਬਹੁਤ ਰਿਸਪੌਂਸ ਆਇਆ। ਫਿਰ ਅਗਲੇ ਸਾਲ ਇੱਕ ਫੇਰ ਤੇ ਹੁਣ ਚੌਥਾ ਐਡੀਸ਼ਨ ਆਪਾਂ ਹੁਣ ਜਾਰੀ ਕਰਾਂਗੇ। ਉਹਦੇ 4 ਭਾਗ ਛਪ ਚੁੱਕੇ ਆ। ਜਿਹੜੇ ਦਰਬਾਰ ਸਾਹਿਬ ਦੇ ਵਿੱਚ ਗਨ ਚੱਕ ਕੇ ਬੰਦੇ ਲੜ ਕੇ ਸ਼ਹੀਦ ਹੋਏ ਆ ਨਾ, ਫਾਈਟਰ ਸੀ ਜਿਹੜੇ ਇਕੱਲੇ, ਆਪਾਂ ਹਜੇ ਉਹਨਾਂ ਦੀ ਕਰ ਰਹੇ ਕੀਤੀ ਇਹ ਗੱਲ। ਹੋਰ ਵੀ ਬੜਾ ਕੁਛ। ਚਲੋ ਉਹ ਜਦੋਂ ਮੈਂ ਉਹਨਾਂ ਪਰਿਵਾਰਾਂ 'ਚ ਜਦੋਂ ਗਿਆ ਸਾਰਿਆਂ ਕੋਲ ਤੇ ਬਾਹਲੇ ਪਰਿਵਾਰਾਂ ਨਾਲ ਗੱਲਾਂ ਬਾਤਾਂ ਕਰਨੀਆਂ, ਆਪਣੇ ਪਿੰਡਾਂ ਦੀਆਂ ਗੱਲਾਂ, ਕੋਈ ਬਾਹਲੀ ਉਹ ਤਾਂ ਹੈ ਨਹੀਂ ਵੀ ਕੋਈ ਬਾਹਰੋਂ ਤਾਂ ਆਏ ਨਹੀਂ ਸੀ ਬੰਦੇ, ਆਪਣੇ ਵਿੱਚੋਂ ਹੀ ਸੀਗੇ। ਤੇ ਸਾਰਿਆਂ ਦੇ 80% ਪਰਿਵਾਰਾਂ ਨੇ ਇਹ ਗੱਲ ਕਹਿਣੀ ਵੀ ਸਾਡਾ ਭੋਲਾ ਕਦੇ ਅਸੀਂ ਸੋਚਿਆ ਹੀ ਨਹੀਂ ਸੀਗਾ ਵੀ ਉਹ ਸ਼ਹੀਦ ਹੋਊਗਾ, ਉਹਦੇ ਸ਼ਹੀਦ ਅੱਖਰ ਉਹਦੇ ਨਾਂ ਦੇ ਮੂਹਰੇ ਲੱਗੂ। ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਮਾਤਾ ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਨੇ ਕਹਿਣਾ ਸੀ ਕਈ ਵਾਰੀ ਜਦੋਂ ਉੱਥੇ ਭੋਗ 3 ਦਿਨ ਦਾ ਹੁੰਦਾ ਸੀ, ਅਖੰਡ ਪਾਠ ਦਾ ਸੀ, ਉੱਥੇ ਰਹਿਣਾ, ਸੇਵਾ ਸੂਵਾ ਕਰਨੀ ਜਾਂ ਵੈਸੇ ਉੱਥੇ ਗੱਲਾਂ ਕਰਨੀਆਂ। ਅਸੀਂ ਕਹਿਣਾ ਬੀਬੀ ਵੀ ਨਿੱਕੇ ਹੁੰਦੇ ਤਾਂ ਬਹੁਤ ਜਿਵੇਂ ਹੁੰਦਾ ਆਪਣੇ ਮਨ 'ਚ ਵੀ ਸ਼ਹੀਦ ਸਿੰਘ ਆਪਣੇ ਵੀ ਬਹੁਤ ਜ਼ਿਆਦਾ ਨਾਮ ਬਾਣੀ ਜਾਂ ਭਗਤੀ ਵਾਲਾ ਜੀਵਨ। ਉਹ ਕਹਿੰਦੀ ਪੁੱਤ ਵੀ ਰਹਿਣ ਹੀ ਦੇ ਤੂੰ, ਬਈ ਕੱਲੇ ਨੂੰ ਭੇਜਣਾ ਘਰੋਂ ਵੀ ਜਾਂ ਪੜ੍ਹਿਆ ਕਾਲਜ ਤੇ ਲੈ ਕੇ ਪੰਚਾਇਤ ਆਉਂਦੀ ਹੁੰਦੀ ਸੀ ਤੇ ਕੰਮ ਉਹ ਕਰਨਾ ਵੀ ਲੜਨ ਭੇੜਨ ਆਹ ਕੌਰ। ਇਹਦਾ ਕਦੀ ਪਤਾ ਨਹੀਂ ਭਿੰਡਰਾਂ ਵਾਲੇ ਸੰਤਾਂ ਦੇ ਲੜ ਲੱਗ ਕੇ ਉਹਨੇ ਅੱਜ ਉਹ ਕੰਮ ਕਰਤਾ ਕਿ ਅੱਜ ਮੇਰੇ ਪੁੱਤ ਦਾ ਸ਼ਹੀਦੀ ਦਿਹਾੜਾ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਂਦਾ। 1984 ਦੇ ਸ਼ਹੀਦਾਂ ਦੇ ਵਿੱਚ ਬਾਹਲੇ ਜ਼ਿਆਦਾ ਜਿਹੜੇ ਸਿੰਘ ਸੀ ਸਾਡੇ, ਉਹਨਾਂ ਦਾ ਮੁੱਢਲਾ ਜੀਵਨ ਕੋਈ ਜ਼ਿਆਦਾ ਵਧੀਆ ਭਾਵੇਂ ਨਾ ਰਿਹਾ ਹੋਵੇ, ਪਰ ਉਹਨਾਂ ਦੀ ਮੌਤ ਨੇ ਉਹਨਾਂ ਨੂੰ ਸ਼ਹੀਦ ਬਣਾ ਦਿੱਤਾ। ਇਹ ਜਿਹੜਾ
ਜਿਹੜਾ ਸਾਡੇ ਧਰਮ ਦਾ ਇੱਕ ਵੱਖਰਾ ਕਨਸੈਪਟ ਆ, ਇਹਦੇ ਉੱਤੇ ਇੱਕ ਰਿਸਰਚ ਕਰਨ ਦੀ ਲੋੜ ਹੈ ਕਿ ਇੱਥੇ ਜਿਨ੍ਹਾਂ ਨੂੰ ਦੁਨੀਆ ਗਲਤ ਕਹਿੰਦੀ ਆ ਵੀ ਭਾਈ ਵਿਧੀ ਚੰਦ ਆਹ ਕਰਦਾ ਸੀ ਉਹ ਕਰਦਾ ਸੀ, ਪਰ ਸਾਡੇ ਢਾਡੀ ਇੱਥੇ ਗਾ ਗਾ ਕੇ ਸੁਣਾਉਂਦੇ ਆ ਕਿ ਉਹ ਘੋੜੇ ਲਿਆਇਆ ਸੀ। ਦੁਨੀਆ ਲਈ ਉਹ ਗਲਤ ਚੀਜ਼ ਹੋ ਸਕਦੀ ਆ ਵੀ ਘੋੜੇ ਦੂਜੇ ਦੇ ਇਸ ਤਰ੍ਹਾਂ ਲੈ ਆਉਣੇ ਜਾਂ ਇਸ ਤਰ੍ਹਾਂ ਗਲਤ ਹੋ, ਪਰ ਭਾਈ ਵਿਧੀ ਚੰਦ ਦਾ ਪ੍ਰਸੰਗ ਹੋਵੇ ਜਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਡੇ ਕੋਲੇ ਇਹੋ ਜੀਆਂ ਸਾਖੀਆਂ ਕਥਾ ਕਹਾਣੀਆਂ ਅੱਜ ਦੇ ਸਿੰਘਾਂ ਦੀਆਂ ਵੀ ਨੇ ਜਿਨ੍ਹਾਂ ਦਾ ਮੁੱਢਲਾ ਜੀਵਨ ਕੋਈ ਜ਼ਿਆਦਾ ਵਧੀਆ ਨਹੀਂ ਸੀ, ਪਰ ਉਹ ਕੌਮ ਦੇ ਲੇਖੇ ਲੱਗੇ ਤੇ ਉਹਨਾਂ ਸਾਰੇ ਸੂਰਮਿਆਂ ਸ਼ਹੀਦਾਂ ਨੇ ਇਸ ਦਿੱਲੀ ਦੇ ਤਖਤ ਨੂੰ ਜੋ ਬਿਪਤਾ ਪਾਈ, ਉਹ ਸਾਰਾ ਸਾਡਾ ਇਤਿਹਾਸ ਆ ਅੱਜ ਦਾ। ਉਸ ਇਤਿਹਾਸ ਤੋਂ ਜਾਣੂ ਕਰਨ ਕਰਾਉਣ ਦੇ ਲਈ ਸਾਡੇ ਕੋਲੇ ਸਭ ਤੋਂ ਵਧੀਆ ਮੌਕਾ ਕਿਹੜਾ, ਉਹ ਹੈਗੇ ਆ ਸ਼ਹੀਦੀ ਸਮਾਗਮ, ਜਿੱਥੇ ਆਪਾਂ ਜੁੜ ਕੇ ਇਹ ਗੱਲਾਂ ਕਰਨੀਆਂ ਹੁੰਦੀਆਂ ਨੇ। ਪਰ ਦੇਖੋ ਸਾਡਾ ਸਰਕਾਰ ਕਿੱਦਾਂ ਦੀ ਆ ਕਿ ਇੱਕ ਟਾਈਮ ਉਹ ਸੀ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਸ਼ਹੀਦ ਹੋਇਆ, ਚੱਪੇ ਚੱਪੇ ਉੱਤੇ ਫੌਜ ਪੁਲਿਸ ਤੇ ਮਿਲਟਰੀ ਲਾ ਦਿੱਤੀ ਉਹਨਾਂ ਨੇ, ਤੇ ਫੌਜ ਪੁਲਿਸ ਤੇ ਮਿਲਟਰੀ ਲਾਉਣ ਦੇ ਬਾਵਜੂਦ 5 ਲੱਖ ਤੋਂ ਵੱਧ ਬੰਦਾ ਉਹਨਾਂ ਦੇ ਸਮਾਗਮ ਦੇ ਉੱਤੇ ਪਹੁੰਚਿਆ ਤੇ ਅਗਲੇ ਦਿਨ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਗਿਆ ਵੀ ਜੇ 5-5 ਲੱਖ ਬੰਦਾ ਬੰਦੂਕਾਂ ਪਿਸਤੌਲਾਂ ਗੰਨਾਂ ਦੇ ਸਾਹਮਣੇ ਖਾਕੀ ਵਰਦੀ ਦੇ ਸਾਹਮਣੇ ਅੜ ਕੇ ਇਹਨਾਂ ਦੇ ਭੋਗਾਂ ਤੇ ਆਉਂਦਾ, ਫਿਰ ਪੰਜਾਬ ਦੇ ਅਸਲੀ ਨੁਮਾਇੰਦੇ ਇਹ ਨੇ ਕਿ ਉਹ ਨੇ MP MLA ਜਿਹੜੇ ਜੈਡ ਸਿਕਿਉਰਟੀਆਂ ਤੋਂ ਬਗੈਰ ਇੱਕ ਕਦਮ ਨਹੀਂ ਬਾਹਰ ਨਿਕਲ ਸਕਦੇ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ 5-5 ਲੱਖ ਸਿੰਘ ਰੋਕਿਆ ਵੀ ਨਹੀਂ ਸੀ ਰੁਕਦਾ, ਭੋਗਾਂ ਤੇ ਪਹੁੰਚਦਾ ਸੀ। ਅੱਜ ਉਹ ਦਿਨ ਲਿਆਂਦੇ ਸਰਕਾਰ ਨੇ ਕਿ ਹਰ ਤਰ੍ਹਾਂ ਦੀ, ਕੋਈ ਇੱਥੇ CID ਵਾਲਾ ਨਹੀਂ ਖੜਾ, ਕੋਈ ਪੁਲਿਸ ਵਾਲਾ ਨਹੀਂ ਖੜਾ, ਪਰ ਜਿੰਨਾ ਇਕੱਠ ਇਹਨਾਂ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਹੋਣਾ ਚਾਹੀਦਾ, ਬਰਸੀਆਂ ਤੇ ਹੋਣਾ ਚਾਹੀਦਾ, ਸ਼ਹੀਦੀ ਸਮਾਗਮ ਤੇ ਹੋਣਾ ਚਾਹੀਦਾ, ਉਹ ਨਹੀਂ ਹੁੰਦਾ। ਇਹ ਆ ਉਹ ਨੁਕਤਾ ਜਿਹਨੂੰ ਸਾਨੂੰ ਸਮਝਣ ਦੀ ਲੋੜ ਆ। ਜਿੱਦਣ 1981 ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਅਰੈਸਟ ਹੋਈ ਸੀ, ਦਲ ਖਾਲਸਾ ਵਾਲੇ ਲੈ ਗਏ ਜਹਾਜ਼ ਅਗਵਾ ਕਰਕੇ ਪਾਕਿਸਤਾਨ, ਬੱਬਰ ਖਾਲਸਾ ਵਾਲਿਆਂ ਨੇ ਮੋਟਰਸਾਈਕਲ ਤੇ ਕਾਰਨਾਮਾ ਕੀਤਾ ਜਲੰਧਰ ਦੇ ਵਿੱਚ, ਪੱਟੀ ਦੇ ਵਿੱਚ, ਤਰਨਤਾਰਨ ਵਿੱਚ, ਜਿੱਥੇ ਜਿੱਥੇ ਕੀਤਾ ਲੰਮਾ ਇਤਿਹਾਸ ਆ ਢਾਡੀ ਸਿੰਘ ਸੁਣਾ ਸਕਦੇ ਆ। ਦਸ਼ਮੇਸ਼ ਰੈਜੀਮੈਂਟ ਵਾਲੇ, ਫੈਡਰੇਸ਼ਨ ਵਾਲੇ ਸਿੰਘਾਂ ਨੇ ਆਪਦਾ ਫਰਜ਼ ਨਿਭਾਇਆ। ਉਸ ਮੌਕੇ ਪੂਰੀ ਦੀ ਪੂਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਬਾਬਾ ਜਰਨੈਲ ਸਿੰਘ ਦੇ ਮਗਰ ਇਉਂ ਖੜ ਗਈ ਕਿ ਦਿੱਲੀ ਵਾਲਿਆਂ ਨੂੰ ਪਾਰਲੀਮੈਂਟ ਦੇ ਵਿੱਚ ਕਹਿਣਾ ਪਿਆ, ਗ੍ਰਹਿ ਮੰਤਰੀ ਨੂੰ ਬਿਆਨ ਦੇਣਾ ਪਿਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਰਿਹਾ ਕੀਤਾ ਜਾਂਦਾ ਤੇ ਇਹ ਕਿਸੇ ਵੀ ਮੁਕੱਦਮੇ 'ਚ ਲੜੀਂਦੇ ਨਹੀਂ ਹੈਗੇ। ਹੁਣ ਪਿੱਛੇ ਜੇ ਸਾਡੇ DS ਗਿੱਲ ਨੇ, ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਨੇ, ਉਹਨਾਂ ਨੇ ਆਡਾ RTI ਵਾਲਾ ਪੰਗਾ ਜਿਹਾ ਪਾਇਆ ਸਰਕਾਰ ਨੇ। RTI ਰਾਹੀਂ ਪਤਾ ਕਰ ਲਿਆ, ਚਿੱਠੀ ਪਾਤੀ ਸਰਕਾਰ ਨੂੰ, ਸਾਨੂੰ ਦੱਸੋ 1984 ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 6 ਜੂਨ ਨੂੰ ਸ਼ਹੀਦ ਹੋਏ ਆ ਤੇ 1977 ਦੇ ਵਿੱਚ ਉਹ ਟਕਸਾਲ ਦੇ ਮੁਖੀ ਬਣੇ ਸੀ। ਇਸ ਸਾਰੇ ਸਮੇਂ ਦੌਰਾਨ ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਕੁੱਲ ਕਿੰਨੇ ਮੁਕੱਦਮੇ ਸੀ, ਤੁਹਾਨੂੰ ਉਹ ਕਿੰਨੇ ਕੇਸਾਂ 'ਚ ਲੜੀਂਦੇ ਸੀ, ਉਹ ਲਿਖਤੀ ਤੌਰ ਦੇ ਉੱਤੇ RTI ਦਾ ਜਵਾਬ ਪਿਆ ਲਿਖਤੀ ਤੌਰ ਦੇ ਉੱਤੇ ਲਿਖਿਆ ਹੋਇਆ ਕਿ 1977 ਤੋਂ ਲੈ ਕੇ 1984 ਤੱਕ ਸੰਤ ਭਿੰਡਰਾਂ ਵਾਲੇ ਕਿਸੇ ਵੀ ਮੁਕੱਦਮੇ 'ਚ ਲੜੀਂਦੇ ਨਹੀਂ ਸੀ। ਇਹ ਲਿਖ ਕੇ ਉਸ ਸਰਕਾਰ ਨੇ ਦਿੱਤਾ ਜਿਹੜੀ ਆਪਣੇ ਨਿਆਣਿਆਂ ਨੂੰ ਕਹਿੰਦੀ ਆ, ਕਈ ਆਪਣੇ 'ਚ ਵੀ ਉਹੋ ਜਿਹੀਆਂ ਗੱਲਾਂ ਕਰਨ ਵਾਲੇ ਹੁੰਦੇ ਆ ਵੀ ਬੜਾ ਖਤਰਨਾਕ ਸੀ ਜੀ, ਬੜਾ ਵੱਡਾ ਅੱਤਵਾਦੀ ਸੀ, ਟੈਰੋਰਿਸਟ ਸੀ, ਬੜਾ ਦਹਿਸ਼ਤਗਰਦ ਸੀ, ਉਹ ਤਾਂ ਜੀ ਉੱਥੋਂ ਕਹਿੰਦਾ ਸੀ ਮਾਰ ਦਿਓ। ਉਹਦੇ ਬਾਰੇ ਅੱਜ ਦੀ ਸਰਕਾਰ ਇਹ ਕਹਿੰਦੀ ਆ। ਇਹ ਗੱਲ ਮੈਂ ਕਿਉਂ ਦੱਸੀ ਆ ਵੀ ਜਦੋਂ ਪਿਛਲੇ ਸਾਲ ਮੈਂ ਕਿਤਾਬ ਲਿਖੀ ਪੰਜਾਬ ਦਾ ਬੁੱਚੜ KPS ਗਿੱਲ, ਉਦੋਂ ਪੱਤਰਕਾਰ ਮਹਿਕਮੇ ਵਾਲੇ, ਏਜੰਸੀਆਂ ਵਾਲੇ, CID ਵਾਲੇ, IB ਵਾਲੇ ਇਹ ਆ ਗਏ ਵੀ ਤੁਸੀਂ ਜੀ ਏਦਾਂ ਲਿਖਿਆ। ਮੈਂ ਕਿਹਾ ਯਾਰ ਜਿਹਦੇ ਝੰਡੇ ਹੇਠ ਖੜ ਕੇ ਆ ਜੰਗ ਲੜੀ ਗਈ ਆ ਉਹ ਸੀ ਭਿੰਡਰਾਂ ਵਾਲੇ ਸੰਤ। ਤੁਹਾਡੀ ਸਰਕਾਰ RTI ਦਾ ਜਵਾਬ ਆ ਦਿੱਤਾ, ਕਾਪੀ ਲੈ ਜਾ ਨਾਲ ਲਾ ਲਾ ਮੇਰੀ ਫਾਈਲ ਦੇ ਵਿੱਚ। ਤੁਹਾਡੀ ਸਰਕਾਰ ਕਹਿੰਦੀ ਆ ਕਿ ਭਿੰਡਰਾਂ ਵਾਲੇ ਸੰਤ ਕਿਸੇ ਮੁਕੱਦਮੇ 'ਚ ਲੜੀਂਦੇ ਨਹੀਂ ਸੀ। ਸਭ ਤੋਂ ਵੱਡਾ ਅੱਤਵਾਦੀ, ਸਭ ਤੋਂ ਵੱਡਾ ਖਤਰਨਾਕ ਤੁਸੀਂ ਉਹਨੂੰ ਕਹਿੰਦੇ ਹੋ, ਜਿਹੜੇ ਬਾਕੀ ਵਿਚਾਰੇ ਮਾਰੇ ਉਹ ਤਾਂ ਫਿਰ ਵਾਕਈ ਇਨੋਸੈਂਟ ਸੀ। ਤੁਸੀਂ ਬੇਦੋਸ਼ੇ ਬੰਦੇ ਕੁੱਟ-ਕੁੱਟ ਕੇ ਘਰਾਂ 'ਚੋਂ ਭਜਾਏ, ਉਹਨਾਂ ਨੂੰ ਹਥਿਆਰ ਚੱਕਣ ਤੇ ਮਜਬੂਰ ਕੀਤਾ
भाई दलजीत सिंह बिट्टू साडे चढ़दी कला वाले साडे लीडर ने वो बैठे आ, प्रोफैसर दविंदरपाल सिंह भुल्लर दा घर मेरे घर दे अमृतसर इत्थे रणजीत एवेन्यू रहिंदे आ नाल आ। भाई मनजिंदर सिंह ईसी जिहड़ा राडू किडनैपिंग वाला सी जदों राडू किडनैप कीता वो मेरे नाल आ, ते हरनेक सिंह भप्प जयपुर जेल च साडा, ते बलजीत भाऊ हुणी असीं नाभे जेल इकट्ठे सी। असीं पुराने नविआं ने रल के एक डाटा जिहा इकट्ठा कीता भी कुल किन्ने को सिंह सी जिहड़े घरों गन चक के खालिस्तान लई तुरे। एक तां हैगे ना जिहड़े सारे इस दौर विच शहीद होए, एक हैगे आ जिहड़े असल विच खालिस्तान लई बैठ के घरों भी मैं तां खालिस्तान लई तुरे। 4000 तो वध ते 5000 तो थल्ले, 4 तो 5000 ਦੇ ਵਿਚਾਲੇ ਕੁੱਲ ਉਹ ਸਾਡਾ ਗੁਰਸਿੱਖ ਆ ਜਿਹੜਾ ਖਾਲਿਸਤਾਨ ਲਈ ਘਰੋਂ ਨਿਕਲਿਆ ਸੀ। ਤੇ ਇਹਨਾਂ ਨੇ 20-25000 ਬੰਦਾ ਸਾਡਾ ਬੇਦੋਸ਼ਾ, ਜਿਹਦਾ ਸਿਰਫ ਇਹ ਸੀ ਵੀ ਜੇ ਮੈਂ ਭਗੌੜਾ, ਮੇਰੀ ਭੂਆ ਦਾ ਪੁੱਤ ਚੱਕ ਲਿਆ, ਮੇਰਾ ਭਰਾ ਚੱਕ ਲਿਆ, ਮੇਰੇ ਚਾਚੇ ਦਾ ਮੁੰਡਾ ਚੱਕ ਲਿਆ, ਜੇ ਉਹਨਾਂ ਚੋਂ ਕੁੱਟ ਕੱਟ ਖਾਂਦਾ ਕੋਈ ਮਾਰਿਆ ਗਿਆ, ਉਹਦੇ ਕੋਲੇ ਇੱਕ ਲੰਡੂ ਜਾਂ ਪਿਸਤੌਲ ਰੱਖ ਕੇ ਕਹਿ ਦੇਣਾ ਵੀ ਇਹ ਬੜਾ ਖਤਰਨਾਕ ਖਾੜਕੂ ਸੀ, ਇਹ ਬੜੇ ਮੁਕੱਦਮਾ ਚ ਲੜਿੰਦਾ ਸੀ। ਹੁਣ ਉਹ ਜਦੋਂ ਕਿਤਾਬ ਲਿਖੀ ਪੰਜਾਬ ਦਾ ਬੁੱਚੜ KPS ਗਿੱਲ, ਉਦੋਂ ਬਾਅਦ ਸਰਕਾਰ ਦੀਆਂ ਏਜੰਸੀਆਂ ਨੇ ਆਪਣੇ ਬੰਦਿਆਂ ਨੇ ਘੱਟ ਪੜ੍ਹੀ ਆ, ਸਰਕਾਰ ਨੇ ਜ਼ਿਆਦਾ ਪੜ੍ਹੀ ਹੈ। ਉਹ ਜਦੋਂ ਇੱਥੇ ਚਰਚਾ ਹੋਈ, ਬਾਅਦ ਚ ਮੈਨੂੰ ਦਿੱਲੀ NIA ਵਾਲਿਆਂ ਨੇ ਸੱਦਿਆ, ਉਹ ਕਹਿੰਦੇ ਜੀ ਤੁਹਾਡੀ ਸਾਰੀ ਗੱਲ ਸੁਣੀ, ਤੁਹਾਡੀ ਸਾਰੀ ਗੱਲ ਮੰਨੀ, ਪਰ ਆਹ ਕੰਮ ਬੰਦ ਕਿਵੇਂ ਹੋਊ ਜਿਹੜਾ ਚੱਲ ਰਿਹਾ। ਮੈਂ ਕਿਹਾ ਜੀ ਇਹਦਾ ਮੈਂ ਇਹ ਗੱਲਾਂ ਤੁਹਾਨੂੰ ਤਾਂ ਦੱਸਦਾ ਵੀਰ ਮੇਰਿਓ, ਦੂਜੇ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਸਾਡੇ ਕੋਲੇ ਢਾਡੀ ਸਿੰਘ ਹੈਗੇ ਆ। ਗੁਰਮਤ ਦਾ ਪ੍ਰਚਾਰ ਕਰਨ ਲਈ ਉੱਥੇ ਬੈਠ ਕੇ ਤਾਬਿਆਂ 'ਚ ਬੈਠਣ ਵਾਲਿਆਂ ਦਾ ਕੰਮ, ਗੁਰਸਿੱਖੀ ਦੀ ਗੱਲ ਬਹਿ ਕੇ ਕਥਾਵਾਚਕ ਕਰ ਲੈਂਦੇ ਆ। ਬਾਣੀ ਸਾਨੂੰ ਕੀਰਤਨ ਸਾਨੂੰ ਕੀਰਤਨੀਏ ਸਿੰਘ ਸੁਣਾ ਦੇਣਗੇ। ਜਿਹੜੀ ਤੱਥ ਵਾਲੀ ਫੈਕਟ ਵਾਲੀ ਗੱਲ ਆ, ਜੇ ਤੁਹਾਨੂੰ ਉਹ ਸੁਣਾਈਏ ਉਹਦਾ ਸਾਨੂੰ ਵੀ ਕੋਈ ਸਵਾਦ ਆਵੇ, ਤੁਹਾਨੂੰ ਵੀ ਕੋਈ ਨਵੀਂ ਗੱਲ ਪਤਾ ਲੱਗੇ। ਬਾਕੀ ਗੱਲਾਂ ਤਾਂ ਆਪਾਂ ਨੂੰ ਸਾਰੀਆਂ ਕਰਨ ਵਾਲੇ ਬਥੇਰੇ ਹੁੰਦੇ। ਜਦੋਂ NIA ਵਾਲਿਆਂ ਨੇ ਸੱਦਿਆ, ਉਹ ਕਹਿੰਦੇ ਜੀ ਇਹ ਜਿਹੜਾ ਨਿੱਤ ਦੂਜੇ ਦਿਨ ਮੁੰਡੇ ਪੰਜਾਬ 'ਚ ਫੜੇ ਜਾਂਦੇ ਆ ਡਰੋਨ ਜਿਹਾ ਵਾਲਾ ਰੌਲਾ ਜਦੋਂ ਪਿਆ ਉਦੋਂ ਦੀ ਗੱਲ ਆ ਵੀ ਇਹ ਕੀ ਚੱਕਰ ਆ। ਮੈਂ ਕਿਹਾ ਜੀ ਤੁਹਾਡੇ DGP ਦਿਨਕਰ ਗੁਪਤਾ ਦੀ ਸਟੇਟਮੈਂਟ ਆ ਕਿ 1 ਜੂਨ 2015 ਤੋਂ ਲੈ ਕੇ ਸਾਰੇ ਬੰਦਿਆਂ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ, ਇੰਟੈਰੋਗੇਟ ਕੀਤਾ ਗਿਆ, ਇੱਕ ਸਵਾਲ ਸੀ ਜਿਹੜਾ ਸਾਰਿਆਂ ਦੇ ਨੂੰ ਪੁੱਛਿਆ ਜਾਂਦਾ ਸੀ, ਤੇ ਉਹ ਸਵਾਲ ਦਾ ਜਵਾਬ ਅਸੀਂ ਇਹ ਲੱਭਿਆ ਕਿ ਇਹ ਸਾਰੇ ਦੇ ਸਾਰੇ ਸਿੱਖ, ਇਹ ਸਾਰੇ ਦੇ ਸਾਰੇ ਨੌਜਵਾਨ ਬੱਚੇ, ਇਹਨਾਂ ਸਾਰਿਆਂ ਨੂੰ ਇੱਕੋ ਗੱਲ ਨੇ ਪ੍ਰੇਰਿਤ ਕੀਤਾ ਹਥਿਆਰ ਚੱਕਣ ਲਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਗਈ ਤੇ ਭਾਰਤ ਸਰਕਾਰ ਨੇ ਪੂਰਾ ਮਿੱਥ ਲਿਆ ਵਾ ਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਣ ਦੇਣੀ। ਮੈਂ ਕਿਹਾ ਵੀ ਇਹ ਗੱਲ ਤੁਹਾਡੇ DGP ਦਿਨਕਰ ਗੁਪਤਾ ਦੀ ਆ, ਮੈਂ ਨਹੀਂ ਕਹਿੰਦਾ। DGP ਦਿਨਕਰ ਗੁਪਤਾ ਦੀ ਇਸ ਗੱਲ ਤੋਂ ਅੱਗੇ ਆ ਜਾਓ ਵੀ ਮਾਰਚ 2017 ਤੋਂ ਹੁਣ, ਮੈਂ ਕਿਹਾ 2019 ਆ, ਪਿਛਲੇ ਸਾਲ ਦੀ ਗੱਲ ਆ ਇਹ। ਮੈਂ ਕਿਹਾ ਵੀ ਹੁਣ 400 ਸਾਡਾ ਖਾੜਕੂ ਕਹਿ ਕੇ ਤੁਸੀਂ ਮੁੰਡਾ ਫੜ ਲਿਆ ਹੋਣਾ ਹੁਣ ਤੱਕ। ਮੇਰੇ ਨਾਲ 2 ਪੱਕੇ ਨੌਜਵਾਨ ਹੁੰਦੇ ਸੀਗੇ, ਪੱਕੇ ਰਹਿੰਦੇ ਸੀ ਗੱਡੀ 'ਚ ਆਪਣੇ ਨਾਲ ਹੀ। ਜਦੋਂ ਤੋਂ ਕਿਤਾਬ ਦਾ ਮਸਲਾ ਬਣਿਆ ਉਹ ਨਾਲ ਹੀ ਇੱਧਰ ਉੱਧਰ ਜਾਣਾ ਆਉਣਾ। ਉਹ 2 ਜਾਣੇ ਪਿਛਲੇ ਸਾਲ 6 ਜੂਨ ਤੋਂ 2 ਦਿਨ ਪਹਿਲਾਂ 29 ਮਈ ਨੂੰ ਮੇਰੇ ਘਰੋਂ ਗਏ ਤੇ ਅੱਡ ਥਾਵਾਂ ਤੋਂ ਫੜ ਕੇ ਸ਼ਾਮ ਜੇ ਨੂੰ ਫੋਨ ਆ ਗਿਆ, ਕਹਿੰਦੇ ਜੀ ਬੱਬਰ ਖਾਲਸਾ ਦੇ ਖਾੜਕੂ ਫੜ ਲਏ। ਮੇਰੇ ਨਾਲ 24 ਘੰਟੇ ਰਹਿਣ ਵਾਲੇ ਬੰਦੇ, ਉਹ ਇੱਥੇ ਆ ਜੇਲ੍ਹ 'ਚ ਆਪਣੇ ਫਤਿਹਪੁਰ ਤਰੀਕਾਂ ਪੈਂਦੀਆਂ ਉਹਨਾਂ ਦੀਆਂ। ਮੈਂ ਉੱਥੇ ਉਸ ਕੇਸ ਵਿੱਚ NIA ਵਾਲਾ ਕੋਲੇ ਜਦੋਂ ਗਿਆ, ਉੱਥੇ ਉਹਨਾਂ ਨੂੰ ਮੈਂ ਆਖਿਆ ਵੀ ਤੁਸੀਂ ਦੱਸੋ 400 ਮੁੰਡਾ ਜਿਹੜਾ ਫੜਿਆ ਗਿਆ, ਸਾਨੂੰ ਪੰਜਾਬ ਦੇ ਪਿੰਡਾਂ 'ਚ ਕੋਈ ਬਾਹਲਾ ਫਰਕ ਜਿਹਾ ਨਹੀਂ ਪਿਆ, ਤੁਸੀਂ 400 ਫੜੀ ਬੈਠੇ ਹੋ ਸਾਡਾ। ਪਰ ਸਾਡੇ ਜਿਹੜਾ ਇਹ ਫੜ ਫੜਈਆ ਜਿਹੜਾ ਕੁਛ ਨਵੇਂ ਸਿੰਘਾਂ ਨੂੰ ਆ, ਨਾ ਤਾਂ ਹੁਣ ਕੋਈ ਬੱਬਰ ਖਾਲਸਾ ਦਾ ਜਰਨੈਲ ਬੈਠਾ ਜਿਹੜਾ ਨਿੱਤ ਮੁੰਡਿਆਂ ਨੂੰ ਕਹਿੰਦਾ ਹੋਵੇ ਵੀ ਚੱਕ ਦਿਓ ਫੱਟੇ, ਨਾ ਕੋਈ ਭਿੰਡਰਾਂ ਵਾਲਾ ਬੈਠਾ ਜਿਹੜਾ ਕਹਿੰਦਾ ਹੋਵੇ ਚੱਕ ਦਿਓ ਫੱਟੇ, ਨਾ ਕੋਈ ਇੱਥੇ ਬਹੁਤ ਵੱਡੇ ਸਮਾਗਮਾਂ ਦੇ ਵਿੱਚ ਇਹ ਮੁੰਡੇ ਆਉਂਦੇ ਆ। ਜਦੋਂ ਵੀ ਅਸੀਂ ਸ਼ਹੀਦੀ ਸਮਾਗਮਾਂ ਤੇ ਜਾਂਦੇ ਆ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ, ਬਾਹਲੇ ਵਿਚਾਰੇ ਉਹ ਬੈਠੇ ਹੁੰਦੇ ਆ। ਉਲਟਾ ਸਾਨੂੰ ਤਾਂ ਇਸ ਗੱਲ ਦਾ ਰੰਜ ਰਹਿੰਦਾ, ਸਾਡੇ ਢਾਡੀ ਨੇ, ਸਾਡੇ ਕਥਾਵਾਚਕ ਨੇ, ਪ੍ਰਚਾਰਕ ਨੇ, ਸਾਰੇ ਸਟੇਜ ਤੋਂ ਕਹਿੰਦੇ ਆ ਵੀ ਨੌਜਵਾਨ ਪੀੜ੍ਹੀ ਇਹਨਾਂ ਪ੍ਰੋਗਰਾਮਾਂ 'ਚ ਨਹੀਂ ਆਉਂਦੀ, ਤੇ ਤੁਸੀਂ ਕਹਿੰਦੇ ਹੋ 400 ਮੁੰਡਾ ਤੁਹਾਡਾ ਖਾੜਕੂ ਬਣ ਗਿਆ। ਇਹ ਕੰਮ ਰੁਕਣਾ ਨਹੀਂ। ਮੈਂ ਕਿਹਾ ਜੀ ਇਹ ਗੱਲ ਮੁੱਕਣੀ ਨਹੀਂ, ਇਹ ਰੋਕਣੀ ਜਾਂ ਮੁੱਕਣੀ ਕਿਵੇਂ ਆ, ਇਹ ਤੁਹਾਡੇ ਹੱਥ 'ਚ ਆ। ਤੁਸੀਂ ਦੁੱਧ ਆਪਣਾ ਪਿੰਡਾਂ 'ਚ ਉਬਲਦਾ ਹੋਵੇ, ਜਦੋਂ ਦੁੱਧ ਉਬਲਣ ਦੇ ਹੁੰਦਾ ਉਹਦਾ ਸੇਕ ਘਟਾ ਦਿੰਦੇ ਆ। ਜੇ ਸੇਕ ਬੰਦ ਕਰੋਗੇ ਤਾਂ ਦੁੱਧ ਉਬਲਣ ਨੂੰ ਹਟਣਾ। ਸਾਡੇ ਲਈ ਸਾਡਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਮੌਰ ਹੈ। ਤੁਸੀਂ
ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ, ਤੁਸੀਂ ਬੇਅਦਬੀਆਂ ਕਰਨ ਵਾਲਿਆਂ ਨੂੰ ਇਹ ਮਾਹੌਲ ਦਿੱਤਾ। ਪਿਛਲੇ 1 ਜੂਨ 2015 ਤੋਂ ਬੇਅਦਬੀਆਂ ਸ਼ੁਰੂ ਹੋਈਆਂ, ਜਿੱਦਣ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਬਾਹਲੀਆਂ ਨਹੀਂ ਤਾਂ 300 ਵਾਰਦਾਤਾਂ ਹੋ ਚੁੱਕੀਆਂ ਬੇਅਦਬੀ ਦੀਆਂ। ਬਾਹਲੀ ਵਾਰ ਤਾਂ ਕੋਈ ਬੰਦਾ ਫੜਿਆ ਨਹੀਂ, ਜੇ ਅਸੀਂ ਫੜ ਕੇ ਫੜਾਤਾ ਤੁਸੀਂ ਪਹਿਲੋਂ ਹੀ ਸਟੋਰੀ ਘੜੀ ਪਈ ਹੁੰਦੀ ਆ ਬਈ ਬੰਦਾ ਥੋੜਾ ਜਿਹਾ ਦਿਮਾਗੀ ਤੌਰ ਤੇ ਠੀਕ ਨਹੀਂ, ਤੇ ਉਸ ਬੰਦੇ ਨੂੰ ਉਹਨਾਂ ਟਾਈਮ ਹੀ ਡਰ ਲੱਗਦਾ ਜਿੰਨਾ ਟਾਈਮ ਲੋਕਾਂ ਦੇ ਹੱਥਾਂ 'ਚ ਹੁੰਦਾ, ਸੰਗਤ ਦੇ ਹੱਥ 'ਚ ਹੁੰਦਾ। ਜਦੋਂ ਉਹ ਸੁਣ ਲੈਂਦਾ ਨਾ ਬਈ ਕੋਈ ਬੰਦਾ ਕਟਾਪੇ ਦੇ ਵਿੱਚ ਉਹਨੂੰ ਸੁਣਦਾ, ਜਦੋਂ ਸੰਗਤ ਆਪਾਂ ਦਾਲੇ ਹੋਏ ਹੁੰਨੇ ਆ, ਕੋਈ ਬੰਦਾ ਕਹਿੰਦਾ ਨਾ ਪੁਲਿਸ ਨੂੰ ਫੋਨ ਕਰੋ, ਪੁਲਿਸ ਨੂੰ ਫੋਨ ਕਰੋ, ਉਹ ਕਹਿੰਦਾ ਛੇਤੀ ਕਰੋ, ਉਹਨੂੰ ਪਤਾ ਪੁਲਿਸ ਦੇ ਕੋਲੇ ਮੈਂ ਸੇਫ ਹਾਂ। ਸਾਡੇ ਐਸਟ ਦੀ ਬੇਅਦਬੀ ਕਰਨ ਵਾਲੇ ਨੂੰ ਜਦੋਂ ਪੁਲਿਸ ਫੜਦੀ ਆ, ਅਗਲੇ ਦਿਨ ਹੀ ਅਖਬਾਰ ਤੇ ਖਬਰ ਆਉਂਦੀ ਆ ਵੀ ਸੰਗਤਾਂ ਨੇ ਜਿਹੜਾ ਬੰਦਾ ਫੜ ਕੇ ਹਵਾਲੇ ਕੀਤਾ ਬੇਅਦਬੀ ਕਰਨ ਵਾਲਾ, ਉਹ ਬੰਦਾ ਮਾਨਸਿਕ ਤੌਰ ਤੇ ਠੀਕ ਨਹੀਂ ਸੀ, ਤੇ ਉਹਦੀ FIR ਕੱਟਣ ਵੇਲੇ ਹੀ ਗਰੰਟੀ ਕਰ ਦਿੱਤੀ ਜਾਂਦੀ ਆ ਕਿ 15-20 ਦਿਨਾਂ 'ਚ ਇਹਦੀ ਜ਼ਮਾਨਤ ਹੋ ਜੇ, ਤੇ 4-5 ਮਹੀਨਿਆਂ 'ਚ ਉਹ ਬੰਦਾ ਬਾਹਰ ਆ ਜਾਂਦਾ। ਸਾਡਾ ਮੈਂ ਕਿਹਾ ਕੋਈ ਮੁੰਡਾ ਇੱਕ ਵਾਰੀ ਕਿਸੇ ਗੱਲ 'ਚ ਫੜ ਲਿਓ ਤੁਸੀਂ ਨਾ, ਫਿਰ ਉਹਦੀ ਸਾਰੀ ਜ਼ਿੰਦਗੀ ਉਹਦਾ ਖਹਿੜਾ ਨਹੀਂ ਛੱਡਦੇ ਵੀ ਇੱਕ ਵਾਰੀ ਫਲਾਨੀ ਵਾਰਦਾਤ 'ਚ ਤੂੰ ਫੜਿਆ ਸੀ, ਤੂੰ ਆ ਇੱਧਰ, ਹੁਣ ਅਸੀਂ ਬਰੀ ਹੋਏ ਆ ਸਾਰੇ ਕੇਸਾਂ 'ਚੋਂ, ਤੁਸੀਂ ਹੁਣ ਤੱਕ ਸਾਡਾ ਖਹਿੜਾ ਨਹੀਂ ਛੱਡਦੇ। ਤੇ ਉਹ ਬੰਦੇ ਬੇਅਦਬੀ ਕਰਨ ਵਾਲੇ ਬੰਦੇ ਨੂੰ ਦੁਬਾਰਾ ਕੋਈ ਪੁਲਿਸ ਵਾਲਾ ਬੁਲਾਉਂਦਾ, ਉਹ ਬੰਦੇ ਦੁਬਾਰਾ ਬੇਅਦਬੀਆਂ ਕਰਨ ਹੋਰਾਂ ਨੂੰ ਪ੍ਰੇਰਨਾ ਮਿਲਦੀ ਆ। ਤੇ ਅਸੀਂ ਗਰੰਟੀ ਦਿੰਨੇ ਆ ਜੇ ਉਹ 300 ਬੇਅਦਬੀਆਂ ਦਾ ਦੋਸ਼ੀ ਇੱਕ ਵਾਰੀ ਇੱਕੋ ਥਾਂ ਦੇ ਉੱਤੇ ਉਹਨਾਂ ਦੀ ਇੰਟਰੋਗੇਸ਼ਨ ਕਰੋ, ਜਿਵੇਂ ਤੁਸੀਂ ਸਾਡੇ ਬਾਰੇ ਕਹਿੰਦੇ ਆ ਵੀ ਸਾਰਿਆਂ ਦੇ ਮਗਰ ਬੇਅਦਬੀ ਆ ਨਾ, ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲਓ ਜਿਹੜੇ ਹੁਣ ਤੱਕ ਫੜੇ ਗਿਆ, ਕੱਲੀ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਲਓ ਚੱਜ ਹਾਲ ਦੇ ਨਾਲ, ਇੱਕੋ ਗੱਲ ਨਿਕਲੂਗੀ ਕਿ ਕੋਈ ਇੱਕ ਸੈਂਟਰ ਨੁਕਤਾ ਹੈਗਾ ਜਿੱਥੋਂ ਇਹਨਾਂ ਨੂੰ ਚਲਾਇਆ ਜਾਂਦਾ। ਕੋਈ ਖੁਫੀਆ ਏਜੰਸੀ ਦਾ ਅਫਸਰ ਆ, ਕੋਈ ਉਹ ਸਰਸੇ ਡੇਰੇ ਵਾਲਾ, ਕੋਈ ਭਨਿਆਰੇ ਵਾਲਾ, ਕੌਣ ਆ, ਇਹ ਤੁਹਾਡੀ ਕੰਮ ਆ। ਪਰ ਅਸੀਂ ਇਹ ਜਾਣਦੇ ਆ ਕਿ ਤੁਹਾਨੂੰ ਸਾਡੇ ਗੁਰੂ ਨਾਲ, ਸਾਡੇ ਧਰਮ ਨਾਲ, ਸਾਡੀ ਬੋਲੀ ਨਾਲ, ਸਾਡੇ ਸੱਭਿਆਚਾਰ ਨਾਲ, ਸਾਡੇ ਸ਼ਹੀਦਾਂ ਨਾਲ ਨਫ਼ਰਤ ਆ। ਤੇ ਅਸੀਂ ਬਜ਼ੁਰਗ ਬੈਠੇ ਆ ਜਿੱਥੇ ਅਸੀਂ ਮੱਤਾ ਦੇਣ ਨੂੰ ਖੜਦੇ ਆ ਸਟੇਜ ਤੋਂ, ਉੱਥੇ ਤਾਂ ਉਹ ਆਉਂਦੇ ਹੀ ਨਹੀਂ ਜਿਨ੍ਹਾਂ ਨੂੰ ਅੱਗ ਲੱਗਦੀ ਆ ਸੁਣ ਕੇ। ਜਵਾਨ ਬੰਦਾ ਜਿਹੜਾ ਹੁੰਦਾ ਉਹ ਬਾਹਰੀਆਂ ਗਿਣਤੀਆਂ ਮਿੰਟੀਆਂ 'ਚ ਨਹੀਂ ਪੈਂਦਾ, ਉਹ ਕਹਿੰਦਾ ਮੈਨੂੰ ਸਮਝ ਲੱਗ ਗਈ, ਕੋਈ ਗੱਲ ਨਹੀਂ ਜੀ, ਫਿਰ ਉਹ ਜੁਗਾੜ ਬਣਾਉਂਦੇ ਆ। ਮੈਂ ਕਿਹਾ ਤੁਸੀਂ ਫੜ ਲੈਂਦੇ ਹੋ, ਕੀ ਫਰਕ ਪੈਂਦਾ? ਮੈਂ ਕਿਹਾ ਅੱਜ ਤੱਕ ਮੈਂ ਜਦੋਂ ਵੀ ਵੀਡੀਓ ਦੇਖਦਾ ਕਿਸੇ ਫੜੇ ਹੋਏ ਮੁੰਡੇ ਦੀ, ਜਦੋਂ ਪੁਲਿਸ ਫੜਦੀ ਆ, ਜਦੋਂ ਉਹ ਉਤਰਦੇ ਅਗਲੇ ਦਿਨ ਆਉਂਦੀ ਆ ਨਾ ਕਿ ਪੇਸ਼ ਕੀਤਾ ਲੁਧਿਆਣਾ ਇੱਥੇ ਅੰਮ੍ਰਿਤਸਰ ਕੋਰਟ ਦੇ ਵਿੱਚ, ਮੈਂ ਤਾਂ ਕਦੇ ਦੇਖਿਆ ਨਹੀਂ ਵੀ ਕੋਈ ਰੋਂਦਾ ਜਾਂ ਨਿਕਲਦਾ ਹੋਵੇ। ਪਤੰਦਰ ਐ ਮੁੱਛਾਂ ਨੂੰ ਵੱਡੇ ਦੇ ਕੇ ਚੌੜੇ ਹੋ ਆ ਰਹੇ ਹੁੰਦੇ ਆ, ਉਹਨਾਂ ਨੂੰ ਉਸ ਉਮਰ 'ਚ ਫਰਕ ਹੀ ਨਹੀਂ ਪੈਂਦਾ, ਸਾਨੂੰ ਵੀ ਨਹੀਂ ਸੀ ਪੈਂਦਾ ਹੁੰਦਾ। ਅੱਜ 2 ਘੰਟੇ ਨਹੀਂ ਜਾਣਾ ਪੈ ਜੇ ਹੋਰ ਤਾਂ ਦਾ ਲੱਗਦਾ, ਪਰ ਉਦੋਂ ਉਮਰ ਹੀ ਉਹੋ ਜਿਹੀ ਸੀ, ਰੱਥ ਜੀ ਉਮਰ ਹੁੰਦੀ ਆ। ਸੋ ਇਹ ਜਿਹੜਾ ਸਾਡੀ ਕੌਮ ਦਾ ਇਤਿਹਾਸ ਆ, ਇਹ ਸੂਰਮਿਆਂ ਦਾ ਇਤਿਹਾਸ ਆ, ਪਰ ਸੂਰਮਗਤੀ ਸਾਨੂੰ ਮਿਲਦੀ ਆ ਇੱਥੋਂ, ਕਿਉਂਕਿ ਇਹ ਕਹਿੰਦਾ ਹੈ ਸਾਡਾ ਪਿਤਾ ਹੈ ਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ, 10 ਗੁਰੂ ਸਾਹਿਬਾਨ ਦੀ ਬਾਣੀ ਸਾਡਾ ਪਿਤਾ, ਸਾਡਾ ਸਭ ਕੁਛ ਇਸ਼ਟ ਸਾਡਾ ਇਹ ਹੈ। ਇਹ ਸਾਨੂੰ ਹੁਕਮ ਦਿੰਦੇ ਆ, ਸਾਨੂੰ ਫਰਮਾਉਂਦੇ ਆ, ਸਾਨੂੰ ਮੱਤ ਦਿੰਦੇ ਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਇਹੀ ਗੱਲ ਸਾਡੇ ਭਾਈ ਮੇਜਰ ਸਿੰਘ ਸਾਂਘਣੇ ਹੋਣਾ ਨੇ ਸਿੱਖ ਲਈ ਵੀ ਭਾਈ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮਰਨਾ ਚੰਗਾ, ਤੇ ਅਗਲਿਆਂ ਨੇ ਕਰਕੇ ਦਿਖਾਤਾ। ਸਾਤੋਂ ਅਗਲੀ ਪੀੜ੍ਹੀ ਆ ਉਹਨੇ ਵੀ ਕਰਕੇ ਦਿਖਾਤਾ। ਜਦੋਂ ਭਾਈ ਮੇਜਰ ਸਿੰਘ ਹੋਣੀ ਸਰਗਰਮ ਸੀ, ਉਦੋਂ ਵੀ ਬਹੁਤ ਸਾਰੇ ਪਿੰਡਾਂ 'ਚ ਜਾਂ ਸਾਡੇ ਵਰਗੇ ਹੋਰ ਹੋਣਗੇ ਜਿਹੜੇ ਕਹਿੰਦੇ ਹੋਣਗੇ ਐਵੇਂ ਪੰਗੇ ਲੈਂਦੇ ਆ, ਤੇ ਜਿਹੜੇ ਅੱਜ ਤੁਰੇ ਹੋਏ ਨੇ ਇਹਨਾਂ ਨੂੰ ਦੇਖ ਕੇ ਵੀ ਕਹਿਣ ਵਾਲੇ ਬਥੇਰੇ ਹੋਣਗੇ ਐਵੇਂ ਪੰਗੇ ਲੈਂਦੇ ਆ। ਤੋ ਜਿਨ੍ਹਾਂ ਉੱਤੇ ਇਹਦੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਣੀ ਆ ਜਾਂ ਪਿਛਲੇ ਸਮਿਆਂ 'ਚ ਹੋਈ ਆ, ਉਹ ਆਪਦੇ ਹਿੱਸੇ ਦੀ ਸੇਵਾ ਕਰਕੇ ਇਤਿਹਾਸ ਵਿੱਚ ਨਾਂ ਲਿਖਾ ਲੈਂਦੇ ਆ। ਐਸੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਧਰਤੀ ਤੇ ਆਉਂਦੇ ਆ ਤੇ ਜਾਂਦੇ ਆ, ਪਰ ਜਦੋਂ ਕਿਸੇ ਸ਼ਹੀਦ ਦੀ ਗੱਲ ਆਉਣੀ ਆ ਉਦੋਂ ਮੇਜਰ ਸਿੰਘ ਦਾ ਹੀ ਨਾਂ ਆਉਣਾ ਵੀ ਭਾਈ ਮੇਜਰ ਸਿੰਘ ਸਿੱਖ ਕੌਮ ਦਾ ਸ਼ਹੀਦ ਆ। ਸੋ ਸਾਨੂੰ ਸਾਰਿਆਂ ਨੂੰ ਬਾਲੀ ਟੈਨਸ਼ਨ ਜੀ, ਚਿੰਤਾ ਜੀ ਲੈਣ ਦੀ ਲੋੜ ਨਹੀਂ ਵੀ ਐ ਹੋ ਗਿਆ ਜੀ ਦੁਸ਼ਮਣ ਐ ਕਰ ਜੂ ਉਹ ਕਰ ਜੂ। ਜਿਨ੍ਹਾਂ ਦਿਨਾਂ 'ਚ ਆਪਣੇ ਸਭ ਤੋਂ ਮਾੜੇ ਹਾਲ ਸੀ ਨਾ ਕੌਮ ਦੇ, ਉਦੋਂ ਵੀ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਪੁੱਛਦਾ। ਨਾਦਰ ਸ਼ਾਹ ਨੇ ਜਦੋਂ ਪੁੱਛਿਆ ਜ਼ਕਰੀਏ ਨੂੰ ਵੀ ਯਾਰ ਬੰਦੇ ਕੌਣ ਆ, ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ, ਨਾ ਚੱਜ ਹਲਦਾ ਕੱਪੜਾ ਕੋਲੇ ਆ, ਨਾ ਖਾਣ ਪੀਣ ਦਾ ਕੋਈ ਸ਼ਹੂਰ ਆ, ਬਿਲਕੁਲ ਗਏ ਗੁਜ਼ਰੇ ਜੇ ਬੰਦੇ ਆ, ਪਰ ਪਿਓ ਦੇ ਪੁੱਤਾਂ ਨੂੰ ਮਾਰ ਮਾਰ ਕੇ ਹੰਭ ਕੇ ਮੁੱਕਦੇ ਹੀ ਨਹੀਂ। ਉਹ ਕਹਿੰਦਾ ਫਿਰ ਕਿਸ ਦਿਨ ਰਾਜ ਕਰਨਗੇ।
किस दिन राज करनगे। आ जिहड़ा जज्बा ना ਉਹ ਇੱਥੇ ਜਿਨ੍ਹਾਂ ਨੇ ਕੰਮ ਕਰਨੇ ਉਹਨਾਂ ਨੇ ਸਟੇਜਾਂ ਤੇ ਆ ਕੇ ਇਹ ਗੱਲਾਂ ਕਰਨੀਆਂ ਹੁੰਦੀਆਂ। ਉਹ ਸਾਡੇ ਵਰਗੇ ਨਹੀਂ ਹੁੰਦੇ, ਉਹ ਕਿਤਾਬਾਂ ਨਹੀਂ ਲਿਖਦੇ। ਕਿਤਾਬਾਂ ਲਿਖਣ ਵਾਲੇ, ਇਤਿਹਾਸ ਲਿਖਣ ਵਾਲੇ ਹੋਰ ਹੁੰਦੇ ਆ। ਜਿਨ੍ਹਾਂ ਨੇ ਇਤਿਹਾਸ ਬਣਾਉਣਾ ਹੁੰਦਾ, ਲੋਕੋ ਸੂਰਮੇ ਉਮਰਾਂ ਥੋੜੀਆਂ ਪਾਇਆ ਕਰਦੇ, ਕੋਈ 6 ਮਹੀਨੇ, ਕੋਈ 6 ਦਿਨ। ਤੇ ਉਹਨਾਂ ਦੇ ਮੁੱਢਲੇ ਜੀਵਨ 'ਚ ਘਾਟਾਂ ਵੀ ਬਥੇਰੀਆਂ ਹੁੰਦੀਆਂ ਨੇ। ਜਦੋਂ ਬਲਵੰਤ ਸਾਡੇ ਕਾਲਜ, ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਡੇ ਇਲਾਕੇ ਦਾ, ਲੁਧਿਆਣੇ ਜ਼ਿਲ੍ਹੇ 'ਚ ਸਾਡਾ ਪਿੰਡ ਆ, ਉੱਥੇ ਇਲਾਕੇ 'ਚ ਜਾਓ, ਉਹਦਾ ਜੀਵਨ ਹੋਰ ਤਰ੍ਹਾਂ ਦਾ ਸੀ। ਅਸੀਂ ਉਦੋਂ ਜਦੋਂ ਖਬਰ ਪੜ੍ਹੀ ਅਸੀਂ ਹੈਰਾਨ ਵੀ ਬਲਵੰਤ ਸਿੰਘ ਆਹ ਕੰਮ। ਦੂਜੀ ਗੱਲ, ਉਹਦਾ ਸਗਾ ਪਿਓ ਪਿੰਡ ਦਾ ਸਰਪੰਚ ਹੁੰਦਾ ਸੀ ਮਲਕੀਤ ਸਿੰਘ, ਉਹਦੀ ਜ਼ਿੰਮੇਵਾਰੀ ਬੱਬਰ ਖਾਲਸਾ ਨੇ ਲਈ ਸੀ। ਦੇਖੋ ਅੱਜ ਬਿਆੰਤੇ ਬੁੱਚੜ ਨੂੰ ਠੋਕਣ ਵਾਲੀ ਟੀਮ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਦੇ ਬਰਾਬਰ ਜਦੋਂ ਫਿਲਮ ਬਣਾਈ ਸਾਡਾ ਹੱਕਾ, ਸਿੱਧੂ ਹੋਣਾ ਨੇ, ਕੁਲਜਿੰਦਰ ਹੋਣਾ ਨੇ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ। ਠੀਕ ਆ, ਬਾਅਦ ਚ ਮਤਭੇਦਾਂ ਸੂਰਮਿਆਂ ਦੇ ਹੁੰਦੇ ਆਏ ਨੇ। ਉਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਸਿੰਘਾਂ ਦੇ ਨਾਲ ਦੇ ਹੋ ਗਏ ਸੀ, ਉਹ ਚੱਲਦਾ ਰਹਿੰਦਾ ਕੰਮ। ਸੋ ਐਵੇਂ ਮਰੂ ਜੇ ਕਰੀ ਜਾਣਾ, ਢੈਂਦੀਆਂ ਜਿਹੀਆਂ ਗੱਲਾਂ ਸੋਚੀ ਜਾਣੀਆਂ, ਹਾਏ ਬਾਦਲ ਖਾ ਗਿਆ, ਹਾਏ ਬਾਦਲ ਆ ਗਿਆ, ਇਹ ਗੱਲਾਂ ਏਦਾਂ ਚੱਲਦੀਆਂ ਰਹਿਣੀਆਂ ਨੇ। ਉਹ ਸਾਡਾ ਨਿੱਕਾ ਇਤਿਹਾਸ ਆ, ਵੱਡਾ ਇਤਿਹਾਸ ਸਾਡਾ ਆਹੀ ਆ ਜਿਹੜਾ ਗੁਰੂ ਸਾਹਿਬ ਨੇ 5 ਤੀਰ ਦੇ ਕੇ ਤੋਰਿਆ ਸੀ ਨਾ ਉਦਣ। ਇਤਿਹਾਸ ਸਾਡਾ ਉਹ ਇਤਿਹਾਸ ਆ। ਉਸ ਇਤਿਹਾਸ ਦੇ ਉੱਤੇ ਏਦਾਂ ਹੀ ਕੰਮ ਚੱਲਣਾ ਜਦੋਂ ਤੱਕ ਇਸ ਧਰਤੀ ਉੱਤੇ ਪਾਪ ਆ, ਪਾਪੀ ਆ, ਉਹਨਾਂ ਟਾਈਮ ਗੁਰੂ ਦੇ ਖਾਲਸੇ ਨੇ ਆਪਦੇ ਫਰਜ਼ ਏਦਾਂ ਹੀ ਨਿਭਾਉਣੇ ਆ। ਸੋ ਸਮਾਂ ਕਾਫੀ ਉੱਚਾ ਹੋ ਗਿਆ। ਸਾਡੇ ਨਾਲ ਦੇ ਇੱਕ ਸਿੰਘ ਦੇ ਫਾਦਰ ਸਾਹਿਬ ਦੀ ਰਾਤ ਹੋ ਗਈ ਡੈਥ, ਤੇ ਉਹਨਾਂ ਦਾ ਸੰਸਕਾਰ ਆ। ਇਸ ਕਰਕੇ ਸਾਨੂੰ ਤਾਂ ਹੁਣ ਜਾਣਾ ਪੈਣਾ, ਪਰ ਸਾਡੇ ਭਰਾ ਆਏ ਨੇ। ਸੋ ਦੀਵਾਨ ਐਵੇਂ ਸਜਿਆ ਰਵੇ। ਸਮਾਂ ਕਾਫੀ ਮੈਂ ਲੈ ਗਿਆ, ਪਰ ਜਦੋਂ ਸੰਗਤ ਨੂੰ ਦੇਖਦੇ ਆ, ਕਿਉਂਕਿ ਬੜੇ ਸਮਾਗਮਾਂ ਤੇ ਜਾਂਦੇ ਆ, ਕਈ ਥਾਵਾਂ ਦੇ ਉੱਤੇ 15-15, 20-20 ਘਰ ਦੇ ਬੈਠੇ ਹੁੰਦੇ ਆ। ਇੱਥੇ ਬਹੁਤ ਮਨ ਖੁਸ਼ ਹੋਇਆ ਕਿ ਸੰਗਤ ਜੁੜੀ ਆ। ਅਗਲੇ ਸਾਲਾਂ ਦੇ ਵਿੱਚ ਸਮੇਂ ਨਾਲ ਆਵਾਂਗੇ, ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰਾਂਗੇ। ਸੋ ਹੁਣ ਫਤਿਹ ਅਰਜ ਕਰਦਾ, ਗੱਜ ਵੱਜ ਕੇ ਪਤਾ ਲੱਗੇ ਦਿੱਲੀ ਤੱਕ ਕਿ ਖਾਲਸਾ ਸਜਿਆ। ਫਤਿਹ ਵਿੱਚ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।